ਸਿਹਤ ਵਿਭਾਗ ਦੇ ਵੱਲੋਂ ਓਮਿਕਰੋਨ ਦੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਕੇ ਸਮੇਤ ਯੂਰਪ ਦੇ ਮੁਲਕ ਸਿੰਗਾਪੁਰ, ਦੱਖਣੀ ਅਫਰੀਕਾ, ਚਾਈਨਾ, ਮਲੇਸ਼ੀਆ, ਬ੍ਰਾਜ਼ੀਲ, ਨਿਊਜ਼ੀਲੈਂਡ, ਜ਼ਿੰਬਾਬਵੇ, ਬੋਤਸਵਾਨਾ, ਮੌਰੀਸ਼ੀਅਸ, ਹਾਂਗਕਾਂਗ, ਇਜ਼ਰਾਈਲ ਤੋਂ ਜਾਂ ਇਹਨਾਂ ਮੁਲਕਾਂ ਰਾਹੀਂ ਭਾਰਤ ਆਉਣ ਵਾਲੇ ਯਾਤਰੀਆਂ ਦਾ ਮੌਕੇ 'ਤੇ ਹੀ RT-PCR ਟੈਸਟ ਕਰਵਾਏ ਜਾਣਗੇ। ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਦੇ ਬਾਅਦ ਹੀ ਮੁਸਾਫਰਾਂ ਨੂੰ ਜਿੱਥੇ ਆਪਣੇ ਘਰਾਂ ਦੇ ਵਿੱਚ 7 ਦਿਨਾਂ ਦੇ ਲਈ ਇਕਾਂਤਵਾਸ ਦੇ ਵਿੱਚ ਰਹਿਣਾ ਪਵੇਗਾ, ਉੱਥੇ ਹੀ ਪੋਜ਼ੀਟਿਵ ਰਿਪੋਰਟ ਆਉਣ 'ਤੇ ਮਰੀਜ਼ ਦੀ ਹਾਲਤ ਅਨੁਸਾਰ ਉਸ ਨੂੰ ਉਸ ਦੇ ਘਰ ਜਾਂ ਹਸਪਤਾਲ ਦੇ ਵਿੱਚ ਰੱਖਿਆ ਜਾ ਸਕਦਾ ਹੈ। ਅੰਮ੍ਰਿਤਸਰ ਏਅਰਪੋਰਟ 'ਤੇ ਵੀ UK, ਇਟਲੀ ਤੋਂ ਸਿੱਧੀਆਂ ਉਡਾਨਾਂ ਦੇ ਆਉਣ ਵਾਲੇ ਮੁਸਾਫਰਾਂ ਦੀ ਟੈਸਟ ਆਉਣ ਤੱਕ ਇੰਤਜ਼ਾਰ ਕਰਨ ਦੀ ਸਹੂਲਤ ਲਈ ਵੇਟਿੰਗ ਰੂਮ ਵੀ ਬਣਾਇਆ ਗਿਆ ਹੈ, ਜਿੱਥੇ ਰਿਪੋਰਟ ਆਉਣ ਤੱਕ ਮਰੀਜ਼ ਇੰਤਜ਼ਾਰ ਕਰ ਸਕਦੇ ਹਨ। ਇਸ ਸੰਬੰਧੀ ਵੇਰਵੇ ਜਾਣਕਾਰੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਦੇ ਕੋਲੋਂ ਸੁਣਦੇ ਹਾਂ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਪੰਜਾਬੀਆਂ ਨੂੰ ਜੀ ਆਇਆਂ ਨੂੰ। ਮੈਂ ਸਮੀਪ ਸਿੰਘ ਗੁਮਟਾਲਾ ਅੱਜ ਤੁਹਾਨੂੰ ਕੁਝ ਖਾਸ ਜਾਣਕਾਰੀ ਅਸੀਂ ਜਿਹੜੀ ਹੈ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਦਿੰਦੇ ਰਹੇ ਹਾਂ। ਤੇ ਹੁਣ ਜਿਹੜਾ ਨਵਾਂ ਦੁਨੀਆ ਭਰ ਵਿੱਚ ਇੱਕ ਜਿਹੜਾ ਨਵਾਂ ਵੇਰੀਐਂਟ ਦੇ ਆਉਣ ਨਾਲ ਫਿਰ ਤੋਂ ਜਿਹੜੀ ਹੈ ਅਸੀਂ ਕਹਾਂਗੇ ਬਹੁਤ ਵੱਡੀ ਹਲਚਲ ਮਚੀ ਹੈ ਕਿ ਕੀ ਇਹ ਵੇਰੀਐਂਟ ਦੇ ਕੀ ਅਸਰ ਹੋਣਗੇ। ਤੇ ਉਸ ਨਾਲ ਆਲਰੇਡੀ ਅਸੀਂ ਦੇਖ ਰਹੇ ਹਾਂ ਬਹੁਤ ਸਾਰੇ ਮੁਲਕਾਂ ਨੇ ਅਫਰੀਕਾ ਤੋਂ ਫਲਾਈਟਸ ਜਿਹੜੀਆਂ ਨੇ ਕੁਝ ਕੰਟਰੀਜ਼ ਤੋਂ ਬੰਦ ਵੀ ਕਰ ਦਿੱਤੀਆਂ ਤੇ ਐਂਟਰੀ ਵੀ ਬੰਦ ਕਰ ਦਿੱਤੀ ਹੈ। ਤੇ ਇਸੇ ਤਹਿਤ ਨਵੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਉਹ ਲੱਗ ਰਹੀਆਂ ਨੇ ਤੇ ਭਾਰਤ ਸਰਕਾਰ ਨੇ ਵੀ ਜਿਹੜਾ ਹੈ ਉਹ ਨਵੀਆਂ ਰਿਸਟ੍ਰਿਕਸ਼ਨਸ ਜਿਹੜੀਆਂ ਨੇ ਉਹ ਲਾਗੂ ਕੀਤੀਆਂ ਨੇ ਹੁਣ। ਤੇ ਉਸੇ ਤਹਿਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਜਿੱਥੋਂ ਕਿ ਅੰਤਰਰਾਸ਼ਟਰੀ ਫਲਾਈਟਸ ਜਿਹੜੀਆਂ ਨੇ ਆਪਰੇਟ ਹੁੰਦੀਆਂ ਨੇ, ਖਾਸ ਕਰਕੇ ਇਸ ਵਕਤ ਜੋ ਹੈ ਉਹ ਅੰਮ੍ਰਿਤਸਰ ਤੋਂ ਲੰਡਨ, ਬਰਮਿੰਗਮ, ਕਾਫੀ ਚਾਰਟਰ ਫਲਾਈਟਸ ਜਿਹੜੀਆਂ ਨੇ ਉਹ ਇਟਲੀ, ਰੋਮ ਤੇ ਮਿਲਾਨ ਲਈ ਜਿਹੜੀਆਂ ਆਪਰੇਟ ਹੋ ਰਹੀਆਂ ਨੇ। ਤੇ ਨਾਲ ਦੀ ਨਾਲ ਕਤਰ ਏਅਰਵੇਜ਼ ਦੀ ਅੰਮ੍ਰਿਤਸਰ ਦੋਹਾ ਫਲਾਈਟ, ਜਿਸ ਨਾਲ ਤੁਸੀਂ ਨਾਰਥ ਅਮਰੀਕਾ ਤੋਂ ਅਤੇ ਯੂਰਪ ਦੇ ਬਹੁਤ ਸਾਰੇ ਮੁਲਕ ਤੋਂ ਵੀ ਕਾਫੀ ਯਾਤਰੀ ਜਿਹੜੇ ਨੇ ਉਹ ਅੰਮ੍ਰਿਤਸਰ ਪੰਜਾਬ ਨੂੰ ਪਹੁੰਚਦੇ ਨੇ। ਤੇ ਨਾਲ ਦੀ ਨਾਲ UAE, ਜਿਹੜਾ ਕਿ ਸਭ ਤੋਂ ਵੱਡੀ ਜਿਹੜੀ ਚੀਜ਼ ਇਸ ਵਕਤ ਹੈ ਉਹ UAE ਦੇ ਆਬੂ ਧਾਬੀ, ਸ਼ਾਰਜਾ ਤੇ ਦੁਬਈ, ਇਹਨਾਂ 3 ਏਅਰਪੋਰਟਸ ਤੋਂ ਜਿਹੜੀਆਂ ਨੇ ਫਲਾਈਟਸ ਜਿਹੜੀਆਂ ਨੇ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਆਪਰੇਟ ਹੋ ਰਹੀਆਂ ਨੇ। ਤੇ ਹੁਣ ਜਿਹੜੀਆਂ ਨਵੀਆਂ ਗਾਈਡਲਾਈਨਸ ਆਈਆਂ ਨੇ ਉਸ ਨਾਲ ਕੁਝ ਭੰਬਲ ਭੂਸਾ ਕਹਿ ਲਓ ਜਾਂ ਭੁਲੇਖੇ ਕਹਿ ਲਓ ਜਾਂ ਰਿਊਮਰ ਵੀ ਕਹਿ ਲਓ, ਇਹ ਫਲਾਏ ਜਾ ਰਹੇ ਨੇ ਕਿ ਜਿਹੜੀ ਵੀ ਫਲਾਈਟ ਹੁਣ ਇੰਟਰਨੈਸ਼ਨਲ ਅੰਮ੍ਰਿਤਸਰ ਆਏਗੀ, ਸਾਰੇ ਯਾਤਰੀਆਂ ਨੂੰ ਜਿਹੜੇ ਹੈ ਭਾਵੇਂ ਕਿਸੇ ਵੀ ਕੰਟਰੀ ਤੋਂ ਆ ਰਹੇ ਹੋਣ ਉਹਨਾਂ ਨੂੰ RT-PCR ਟੈਸਟ ਹੋਏਗਾ। ਉੱਥੇ 6 ਤੋਂ 8 ਘੰਟੇ ਉਹਨਾਂ ਨੂੰ ਉੱਥੇ ਠਹਿਰਨਾ ਪਏਗਾ। ਜਦ ਕਿ ਜੋ ਭਾਰਤ ਸਰਕਾਰ ਵੱਲੋਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਗਾਈਡਲਾਈਨਸ ਇਹ ਹਨ ਕਿ ਜਿਹੜੇ ਪੈਸੰਜਰਸ ਐਟ ਰਿਸਕ ਕੰਟਰੀਜ਼ ਜਿਹੜੀਆਂ ਭਾਰਤ ਸਰਕਾਰ ਨੇ ਲਿਸਟ ਬਣਾਈ ਹੈ ਉੱਥੋਂ ਆ ਰਹੇ ਨੇ, ਉਹਨਾਂ ਨੂੰ ਜਿਹੜਾ ਹੈ RT-PCR ਟੈਸਟ ਹੋਏਗਾ ਤੇ ਉਹਨਾਂ ਨੂੰ 7 ਦਿਨਾਂ ਲਈ ਕੁਆਰੰਟੀਨ ਹੋਣਾ ਪਏਗਾ। ਜੇ ਉਹਨਾਂ ਦੀ ਰਿਪੋਰਟ ਨੈਗੇਟਿਵ ਵੀ ਆਉਂਦੀ ਹੈ ਘਰੇ, ਜੇਕਰ ਪੋਜ਼ਿਟਿਵ ਆਉਂਦੀ ਹੈ ਫਿਰ ਆਬਵੀਅਸਲੀ ਉਹਨਾਂ ਨੂੰ ਇੰਸਟੀਟਿਊਸ਼ਨ ਦੇ ਜਿਹੜਾ ਵੀ ਹਸਪੀਟਲ ਜਾਣਾ ਪਏਗਾ। ਪਰ ਸਾਰੇ ਮੁਲਕਾਂ ਤੋਂ ਇਹ ਜਿਹੜਾ ਹੈ ਜਿਹੜੇ ਪੈਸੰਜਰ ਆ ਰਹੇ ਨੇ, ਜਿਵੇਂ ਕਿ ਕਤਰ ਹੋ ਗਿਆ ਜਾਂ ਜਿਹੜੇ ਉਧਰੋਂ ਆ ਰਹੇ ਨੇ UAE ਤੋਂ, ਸਾਰਿਆਂ ਨੂੰ ਇਸ ਤਰ੍ਹਾਂ ਕੁਆਰੰਟੀਨ ਨਹੀਂ ਹੋਣਾ ਪਏਗਾ। ਆਓ ਤੁਹਾਨੂੰ ਕੁਝ ਜਾਣਕਾਰੀ ਇਸ ਬਾਰੇ ਦੇਣੇ ਆ। ਜੋ ਅਸੀਂ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹਾਂ ਉਹ ਜਿਹੜੀ ਲੇਟੈਸਟ ਇਨਫੋਰਮੇਸ਼ਨ ਹੈ ਉਹ 30 ਨਵੰਬਰ ਦੀ ਜਾਰੀ ਕੀਤੀ ਗਈ ਹੈ। ਸੋ ਭਾਰਤ ਸਰਕਾਰ ਨੇ ਇਸ ਵਾਸਤੇ ਜਿਹੜਾ ਹੈ ਉਹ ਇੱਕ ਐਲਗੋਰਿਦਮ, ਜਿਸ ਤਰ੍ਹਾਂ ਤੁਸੀਂ ਗਾਈਡਲਾਈਨ ਕਹਿ ਲਓ, ਉਹ ਤਿਆਰ ਕੀਤੀਆਂ ਗਈਆਂ ਨੇ। ਤੇ ਇਹ ਜਿਹੜੀਆਂ ਗਾਈਡਲਾਈਨਸ ਨੇ ਉਹ ਬੜੇ ਕਲੀਅਰਲੀ ਮੈਂਸ਼ਨ ਕਰ ਰਹੀਆਂ ਨੇ ਕਿ ਕਿਸ ਤਰ੍ਹਾਂ ਤੁਹਾਨੂੰ ਹੈ ਡਿਫਰੈਂਟ ਜਿਹੜੀਆਂ ਆਪਸ਼ਨਸ ਨੇ ਉਹ ਤੁਹਾਨੂੰ ਹੋਣਗੀਆਂ। ਇਹ ਜਿਹੜੀਆਂ ਆਪਸ਼ਨਸ ਨੇ ਇਹ ਦਿੱਲੀ ਹਵਾਈ ਅੱਡੇ ਦੇ ਤੁਸੀਂ ਲੈਂਡ ਕਰਦੇ ਜੇ ਫਿਰ ਵੀ ਐਪਲੀਕੇਬਲ ਨੇ। ਸੋ ਜਿਹੜਾ ਵੀ ਕੋਈ ਪੈਸੰਜਰ ਪਿਛਲੇ ਕਈ ਮਹੀਨਿਆਂ ਤੋਂ ਜਦੋਂ ਫਲਾਈਟ ਸ਼ੁਰੂ ਹੋਈਆਂ ਨੇ, ਜਦੋਂ ਤੁਸੀਂ ਆਉਂਦੇ ਜੇ ਤੁਸੀਂ ਨਿਊ ਦਿੱਲੀ airport.in ਤੇ 72 ਘੰਟੇ ਦੇ ਵਿੱਚ ਜੇਕਰ ਤੁਸੀਂ ਅਮਰੀਕਾ, ਕੈਨੇਡਾ ਜਾਂ ਕਿਤੇ ਵੀ ਜਾ ਰਹੇ ਜੇ ਇੰਡੀਆ ਨੂੰ, ਤੇ ਤੁਸੀਂ 72 ਘੰਟੇ ਦੇ ਵਿੱਚ ਆਪਣਾ ਕੋਵਿਡ ਦਾ ਟੈਸਟ ਕਰਵਾਉਣਾ ਹੈ। ਕਰਵਾ ਕੇ ਤੇ ਤੁਸੀਂ ਆਪਣੀ ਜਿਹੜੀ ਸਾਰੀ ਜਾਣਕਾਰੀ ਹੈ ਨਿਊ ਦਿੱਲੀ airport.in ਤੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ, ਤੁਸੀਂ ਇੱਥੇ ਅਪਲੋਡ ਕਰਨੀ ਹੈ। ਸੋ ਇਹ ਜਿਹੜਾ ਤੁਹਾਡਾ ਕੋਵਿਡ ਦਾ ਟੈਸਟ ਹੈ ਉਹਦੀ ਰਿਪੋਰਟ ਵੀ ਸਾਰੀ ਅਪਲੋਡ ਹੋਏਗੀ। ਤੁਹਾਡਾ ਜਿਹੜਾ ਸ਼ਡਿਊਲ ਹੈ, ਕਿਹੜੀ ਤੁਹਾਡੀ ਫਲਾਈਟ ਪਹਿਲੀ ਹੈ, ਕਿਹੜੀ ਤੁਹਾਡੀ ਫਾਈਨਲ ਡੈਸਟੀਨੇਸ਼ਨ ਹੈ। ਜੇਕਰ ਤੁਸੀਂ ਵਾਇਆ ਦਿੱਲੀ ਵੀ ਅੰਮ੍ਰਿਤਸਰ ਨੂੰ ਜਾ ਰਹੇ ਨੇ ਤੇ ਜਿਹੜਾ ਉੱਥੇ ਲਿਖਿਆ ਹੋਇਆ ਉਹਨਾਂ ਨੇ ਕੰਟਰੀ ਆਫ ਡਿਪਾਰਚਰ ਤੇ ਫਸਟ ਜਿਹੜੀ ਐਂਟਰੀ ਕਿੱਥੇ ਹੋਣੀ ਹੈ, ਕਿਸ ਤਰ੍ਹਾਂ ਹੈ, ਉਹ ਤੁਸੀਂ ਹਾਲੇ ਵੀ ਕਰਨਾ ਹੈ। ਉਸ ਤੋਂ ਬਾਅਦ ਜਿਹੜਾ ਹੈ ਇਹ 2 ਹਿੱਸਿਆਂ 'ਚ ਵੰਡਿਆ ਗਿਆ ਵਾ। ਹੁਣ ਕੀ ਹੈ ਕਿ ਜੇਕਰ ਤੁਸੀਂ ਐਟ ਰਿਸਕ ਕੰਟਰੀਜ਼, ਜਿਹੜੇ ਤੇ ਐਟ ਰਿਸਕ ਕੰਟਰੀਜ਼ ਤੋਂ ਆ ਰਹੇ ਨੇ ਪੈਸੰਜਰਸ,
ਉਹਨਾਂ ਦਾ ਜਿਹੜਾ ਹੈ RT-PCR ਟੈਸਟ ਹੋਏਗਾ ਅਰਾਈਵਲ ਤੇ। ਸੋ ਇਹ ਕਿਹੜੀਆਂ ਕੰਟਰੀਜ਼ ਨੇ ਜਿਹੜੀਆਂ ਕਿ ਰਿਸਕ ਕੰਟਰੀਜ਼ ਨੇ? ਹਰ ਕੰਟਰੀ ਤੋਂ ਨਹੀਂ ਆਣਾ ਜਿਹੜੇ ਤੁਸੀਂ ਆ ਰਹੇ ਜੇ। ਜੇਕਰ ਤੁਸੀਂ ਕੰਟਰੀਜ਼ ਇਨ ਯੂਰਪ ਇਨਕਲੂਡਿੰਗ ਦਾ ਯੂਨਾਈਟਿਡ ਕਿੰਗਡਮ, ਸੋ ਜੇਕਰ ਤੁਸੀਂ UK ਤੋਂ ਆ ਰਹੇ ਜੇ, ਅੰਮ੍ਰਿਤਸਰ UK ਦੇ ਬਰਮਿੰਗਮ ਤੇ ਲੰਡਨ ਤੋਂ ਫਲਾਈਟਸ ਨੇ ਜਿਹੜੀਆਂ ਆਪਰੇਟ ਹੁੰਦੀਆਂ ਨੇ। ਸੋ ਜੇਕਰ ਤੁਸੀਂ ਉੱਥੋਂ ਆ ਰਹੇ ਜੇ, ਜਾਂ ਤੁਸੀਂ ਯੂਰਪ ਦੀ ਕੰਟਰੀ ਫॉर ਐਗਜ਼ਾਮਪਲ ਜਿੱਦਾਂ ਇਟਲੀ ਤੋਂ ਵੀ ਆ ਰਹੇ ਜੇ, ਜੋ ਚਾਰਟਰ ਫਲਾਈਟਸ ਚੱਲ ਰਹੀਆਂ ਨੇ, ਤੇ ਉਹ ਜਿਹੜੀਆਂ ਨੇ ਐਟ ਰਿਸਕ ਕੰਟਰੀਆਂ ਨੇ। ਸਾਊਥ ਅਫਰੀਕਾ, ਬ੍ਰਾਜ਼ੀਲ, ਚਾਈਨਾ, ਨਿਊਜ਼ੀਲੈਂਡ ਵੀ ਹੁਣ ਜਿਹੜਾ ਇਸ ਵਿੱਚ ਸ਼ਾਮਲ ਹੈ, ਜ਼ਿੰਬਾਬਵੇ, ਸਿੰਗਾਪੁਰ ਵੀ, ਤੇ ਹਾਂਗਕਾਂਗ ਤੇ ਇਸਰਾਇਲ। ਸੋ ਇਹ ਜਿਹੜੀਆਂ ਕੰਟਰੀਜ਼ ਨੇ, ਜੇਕਰ ਤੁਸੀਂ ਇੱਥੋਂ ਆ ਰਹੇ ਜੇ ਤੇ ਤੁਹਾਡਾ 에ਅਰਪੋਰਟ ਤੇ, ਇਸ ਕਰਕੇ ਅੰਮ੍ਰਿਤਸਰ 에ਅਰਪੋਰਟ ਵੱਲੋਂ ਵੀ ਇਹ ਟਵੀਟ ਕਰਕੇ, ਆਓ ਤੁਹਾਨੂੰ ਦਿਖਾਈਏ। ਅੰਮ੍ਰਿਤਸਰ ਦਾ 에ਅਰਪੋਰਟ ਹੈਂਡਲ ਹੈ AIASR 에ਅਰਪੋਰਟ, ਤੇ ਉਹਨਾਂ ਵੱਲੋਂ ਵੀ ਇਹ ਟਵੀਟ ਕਰਕੇ ਇਹ ਦੱਸਿਆ ਗਿਆ ਹੈ, ਕਿਹਾ ਗਿਆ ਹੈ ਕਿ ਤੁਸੀਂ ਇਨਫ ਟਾਈਮ ਜਿਹੜਾ ਹੈ ਜ਼ਰੂਰ ਦਵੋ। ਜੇਕਰ ਤੁਸੀਂ ਆ ਰਹੇ ਜੇ, ਉਹਨਾਂ ਵੱਲੋਂ ਇਹ ਜਿਹੜਾ ਹੈ ਇਹ ਗਾਈਡਲਾਈਨ ਕੀਤਾ ਗਿਆ ਹੈ ਕਿ ਦਸੰਬਰ ਪਹਿਲਾਂ ਤੋਂ ਜੋ ਗਵਰਨਮੈਂਟ ਆਫ ਇੰਡੀਆ ਨੇ ਗਾਈਡਲਾਈਨਸ ਦਿੱਤੀਆਂ ਨੇ, ਉਹ ਜਿਹੜੀਆਂ ਨੇ ਉਹ ਇਫੈਕਟਿਵ ਹੋਣਗੀਆਂ। ਸੋ ਤੁਸੀਂ ਜਿਹੜਾ ਟਾਈਮ ਹੈ ਉਹ 6 ਤੋਂ 8 ਘੰਟਿਆਂ ਦਾ ਜ਼ਰੂਰ ਜਿਹੜਾ ਹੈ ਉਹ ਆਪਣਾ ਜ਼ਰੂਰ ਰੱਖ ਕੇ ਆਓ। ਸੋ ਇਸ ਕਰਕੇ ਇਹਨਾਂ ਨੇ ਇਹ ਜਿਹੜਾ ਕੰਟਰੀਜ਼ ਨੇ, ਇਹ ਰਿਊਮਰ ਨੇ ਜਾਂ ਲੋਕਾਂ ਨੂੰ ਭੁਲੇਖਾ ਪੈ ਰਿਹਾ ਹੈ ਕਿ ਹਰ ਕੰਟਰੀਜ਼ ਤੋਂ ਜਿਹੜੇ ਆ ਰਹੇ ਨੇ ਉਹਨਾਂ ਦਾ ਟੈਸਟ ਹੋਏਗਾ, ਜਿਹੜੇ ਕਿ RT-PCR ਟੈਸਟ ਔਨ ਅਰਾਈਵਲ ਹੋਏਗਾ, ਤੇ ਜਿਹੜੀਆਂ ਨਹੀਂ ਆ ਰਹੇ ਐਕਸਕਲੂਡਿੰਗ ਕੰਟਰੀਜ਼ ਐਟ ਰਿਸਕ, ਉਹਨਾਂ ਦਾ ਰੈਂਡਮਲੀ ਜਿਹੜਾ ਹੈ 2% ਟਰੈਵਲਰਸ, ਜੇਕਰ ਮੈਂ ਜਾਂ ਕੋਈ ਹੋਰ ਵੀ ਅਮਰੀਕਾ ਤੋਂ ਕੋਈ ਵੀ ਡੈਸਟੀਨੇਸ਼ਨ ਤੋਂ, ਨਿਊਯਾਰਕ ਤੋਂ ਦੋਹਾ ਤੋਂ ਅੰਮ੍ਰਿਤਸਰ ਜੇ ਕਤਰ 에ਅਰਵੇਜ਼ ਤੇ ਤੁਸੀਂ ਅਰਾਈਵ ਹੁੰਦੇ ਜੇ, ਜਾਂ ਤੁਸੀਂ ਦੁਬਈ ਤੋਂ ਅੰਮ੍ਰਿਤਸਰ ਜਿਹੜੀਆਂ ਫਲਾਈਟਸ ਨੇ ਸ਼ਾਰਜਾ ਤੋਂ ਉੱਤੇ ਆਉਂਦੇ ਜੇ, ਰੈਂਡਮਲੀ ਜਿਹੜੇ ਵੀ ਸਵਾਰੀਆਂ ਹੋਣਗੀਆਂ ਉਹ 2% ਕੋਈ ਵੀ ਕਿਸੇ ਨੂੰ ਉਹ ਰੈਂਡਮਲੀ ਚੈੱਕ ਕਰ ਸਕਦੇ ਨੇ। ਜੇਕਰ ਤੁਸੀਂ ਐਟ ਰਿਸਕ ਕੰਟਰੀਜ਼ ਤੋਂ ਆ ਰਹੇ ਜੇ ਤੇ ਤੁਹਾਨੂੰ ਟੈਸਟ ਨੈਗੇਟਿਵ ਵੀ ਆ ਗਿਆ, ਫਿਰ ਵੀ 7 ਦਿਨ ਲਈ ਕੁਆਰੰਟੀਨ ਹੋਣਾ ਪਏਗਾ। 7 ਦਿਨ ਲਈ ਕੁਆਰੰਟੀਨ ਹੋ ਕੇ ਘਰੇ, ਤੇ ਫਿਰ 8ਵੇਂ ਦਿਨ ਤੁਸੀਂ ਜਿਹੜਾ ਹੈ ਉਹ ਫਿਰ ਤੋਂ ਟੈਸਟ ਕਰਵਾਓਗੇ, ਤੇ ਸੈਲਫ ਹੈਲਥ ਮੋਨੀਟਰਿੰਗ ਤੁਹਾਨੂੰ ਕਰਨੀ ਪਏਗੀ। ਜੇਕਰ ਪੋਜ਼ਿਟਿਵ ਆਂਦਾ ਹੈ ਤੇ ਉਹ ਜਿਹੜੀਆਂ ਗਾਈਡਲਾਈਨਸ ਨੇ ਦੱਸੀਆਂ ਗਈਆਂ ਨੇ ਕਿ ਤੁਹਾਨੂੰ ਉਹ ਫਿਰ ਆਈਸੋਲੇਸ਼ਨ 'ਚ ਰੱਖਣਗੇ, ਐਡਮਿਟ ਕਰਨਗੇ, ਤੇ ਫਿਰ ਉਸ ਤੋਂ ਬਾਅਦ ਜਿਹੜਾ ਵੀ ਫਿਜ਼ੀਸ਼ੀਅਨ ਤੁਹਾਨੂੰ ਟ੍ਰੀਟ ਕਰ ਰਿਹਾ ਹੋਏਗਾ ਤੇ ਜੋ ਵੀ ਹਸਪੀਟਲ ਦੇ ਰੂਲ ਹੋਣਗੇ ਉਸ ਤੇ ਅਕੋਰਡਿੰਗਲੀ ਹੋਏਗਾ। ਸੇਮ ਵੇ ਜੇਕਰ ਤੁਸੀਂ ਟੈਸਟ ਨੈਗੇਟਿਵ ਆਂਦਾ ਹੈ ਤੇ ਸੈਲਫ ਹੈਲਥ ਮੋਨੀਟਰਿੰਗ ਤੁਸੀਂ 14 ਡੇਜ਼ ਲਈ ਕਰਨੀ ਹੈ, ਜੇਕਰ ਤੁਸੀਂ ਹੋਰ ਕੰਟਰੀਜ਼ ਤੋਂ ਆ ਰਹੇ ਜੇ ਦੂਜੀਆਂ ਤੋਂ। ਪਰ ਇਹ ਜਿਹੜਾ ਸਾਰਾ ਗਾਈਡਲਾਈਨਸ ਨੇ ਇਹਨਾਂ ਨੇ ਦਿੱਤੀਆਂ ਨੇ। ਜੇਕਰ ਤੁਸੀਂ ਇਹ ਗਾਈਡਲਾਈਨਸ ਦੇਖਣਾ ਚਾਹੁੰਦੇ ਹੋ, ਆਪ ਖੁਦ ਪੜ੍ਹਨਾ ਚਾਹੁੰਦੇ ਹੋ, ਤੇ ਇਹ ਜਿਹੜੀਆਂ ਗਾਈਡਲਾਈਨਸ ਨੇ ਇਹ ਵੈਬਸਾਈਟ ਜਿਹੜੀ ਹੈ ਮਿਨਿਸਟਰੀ ਆਫ ਹੈਲਥ ਫੈਮਿਲੀ ਐਂਡ ਹੈਲਥ ਗਵਰਨਮੈਂਟ ਆਫ ਇੰਡੀਆ ਉੱਤੇ ਪੂਰਾ ਦੱਸਿਆ ਗਿਆ ਹੈ। ਇਹ ਤੁਸੀਂ ਸਾਡੇ ਪੇਜ ਅੰਮ੍ਰਿਤਸਰ 에ਅਰਪੋਰਟ ਕਨੈਕਟਿੰਗ ਦਾ ਵਰਲਡ, ਅਸੀਂ ਉੱਥੇ ਵੀ ਇਹ ਪੋਸਟ ਨੂੰ ਜਿਹੜਾ ਹੈ ਉੱਥੇ ਗਾਈਡਲਾਈਨਸ ਨੂੰ ਪੋਸਟ ਕੀਤਾ ਹੈ, ਤੇ ਤੁਸੀਂ ਉੱਥੇ ਵੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਵੀ ਗਰੁੱਪ ਤੇ ਵੀ ਤੁਸੀਂ ਇਹਨਾਂ ਨੂੰ ਜਿਹੜਾ ਹੈ ਉਹ ਤੁਸੀਂ ਪੜ੍ਹ ਸਕਦੇ ਹੋ। ਫਿਰ ਤੋਂ ਤੁਹਾਨੂੰ ਦੱਸ ਦਈਏ, ਜੇਕਰ ਤੁਸੀਂ 12 ਕੰਟਰੀਜ਼ ਜਿਹੜੀਆਂ ਇਹ ਨੇ ਜਿਹੜੀਆਂ ਐਟ ਰਿਸਕ ਕੰਟਰੀਜ਼ ਨੇ, 12 ਤੋਂ ਵੱਧ ਹੀ ਨੇ ਕਿਉਂਕਿ ਯੂਰਪ ਦੀਆਂ ਕਾਫੀ ਕੰਟਰੀਜ਼ ਬਣਦੀਆਂ ਨੇ। ਫਿਰ ਤੋਂ ਮੈਂ ਦੱਸਦਾ ਕਿ 12 ਨਹੀਂ ਹਨ, 12 ਤੋਂ ਵੱਧ ਕੰਟਰੀਜ਼ ਨੇ, ਤੇ ਇਹ ਜਿਹੜੀਆਂ ਕੰਟਰੀਜ਼ ਨੇ ਯੂਰਪ ਦੀਆਂ ਵਿੱਚ ਸ਼ਾਮਲ ਨੇ। ਸੋ ਜਿਹੜੇ ਵੀ ਇਟਲੀ ਤੋਂ ਵੀ ਸਵਾਰੀਆਂ ਜਿਹੜੀਆਂ ਆਉਣਗੀਆਂ ਉਹਨਾਂ ਨੂੰ ਵੀ ਜਿਹੜਾ ਹੈ ਇਹ ਜਿਹੜਾ ਨਵੀਂ ਗਾਈਡਲਾਈਨਸ ਦੇ ਤਹਿਤ ਹੈ ਉਹ ਇਹ ਕਰਨਾ ਪਏਗਾ, ਟੈਸਟਿੰਗ ਕਰਵਾਉਣੀ ਪਏਗੀ ਆ ਕੇ ਫਿਰ ਤੋਂ 에ਅਰਪੋਰਟ ਤੇ। ਇਹਦੇ ਲਈ ਉਹਨਾਂ ਨੇ ਕਿਹਾ ਕਿ 6 ਤੋਂ 8 ਘੰਟੇ ਦਾ ਤੁਸੀਂ ਸਮਾਂ ਜਿਹੜਾ ਹੈ ਉਹ ਜ਼ਰੂਰ ਦਵੋ। ਅੰਮ੍ਰਿਤਸਰ ਹਵਾਈ ਅੱਡੇ ਦਾ ਜਿਹੜਾ ਟਵਿੱਟਰ ਹੈ ਉਹ ਹੈ @AIASR 에ਅਰਪੋਰਟ, ਤੇ ਨਾਲ ਦੀ ਨਾਲ ਜਿਹੜਾ 에ਅਰ ਇੰਡੀਆ ਵੱਲੋਂ ਵੀ, ਕਿਉਂਕਿ ਜੇ ਤੁਸੀਂ ਦਿੱਲੀ ਆ ਰਹੇ ਹੋ ਤੇ ਦਿੱਲੀੋਂ ਤੁਹਾਡੀ ਅੰਮ੍ਰਿਤਸਰ ਦੀ ਫਲਾਈਟ ਹੈ, ਤੇ ਅੱਗੇ ਜਿਹੜਾ ਸੀਗਾ ਤੁਹਾਨੂੰ ਜੇ ਨੈਗੇਟਿਵ ਰਿਪੋਰਟ ਹੈ ਇਹਨਾਂ ਕੰਟਰੀਜ਼ ਤੋਂ ਆ ਰਹੇ ਜੇ, ਤੇ ਤੁਹਾਨੂੰ ਜਿਹੜਾ ਸੀਗਾ ਤੁਸੀਂ ਉਹ ਅੰਮ੍ਰਿਤਸਰ ਵੱਲ ਨੂੰ ਤੁਸੀਂ ਜਿਹੜੀ ਅਗਲੀ ਫਲਾਈਟ ਲੈ ਲਓਗੇ ਜੇ ਵਿਦਿਨ 2 ਆਵਰਸ ਵੀ ਫਲਾਈਟ ਹੋਵੇ। ਪਰ ਹੁਣ ਕਿਉਂਕਿ ਜੇਕਰ ਤੁਹਾਨੂੰ ਰੈਂਡਮਲੀ ਵੀ ਪਿਕ ਕਰ ਲੈਂਦੇ ਨੇ ਤੇ ਤੁਸੀਂ ਫਿਰ ਉੱਥੇ ਤੁਹਾਡੀ ਫਲਾਈਟ ਲੇਟ ਹੋ ਜਾਏਗੀ। ਸੋ ਇਸ ਕਰਕੇ 에ਅਰ ਇੰਡੀਆ ਨੇ ਵੀ ਹੁਣ ਕਿਹਾ ਵਾ ਕਿ ਤੁਸੀਂ ਜਿਹੜਾ ਹੈ ਪੈਸੇਂਜਰਸ may not be able to connect। ਸੋ ਇਹ ਟਵੀਟ ਜਿਹੜੀ ਹੈ 에ਅਰ ਇੰਡੀਆ ਵੱਲੋਂ ਕੀਤੀ ਗਈ ਹੈ 3 ਨਵੰਬਰ ਨੂੰ। ਸੋ ਤੁਸੀਂ 에ਅਰ ਇੰਡੀਆ ਨੂੰ ਕਾਲ ਕਰਕੇ ਤੇ ਆਪਣੀ ਜਿਹੜੀ ਫਲਾਈਟ ਹੈ, ਜੇਕਰ ਜ਼ਿਆਦਾ ਟਾਈਮ ਉਹਨਾਂ ਦਾ ਜਿਹੜਾ ਨੈਕਸਟ ਫਲਾਈਟ ਅਵੇਲੇਬਲ ਹੈ ਉਹ ਚੇਂਜ ਕਰਵਾ ਸਕਦੇ ਹੋ, ਪਰ ਇਸ ਲਈ ਤੁਹਾਨੂੰ ਸਾਰੀ ਜਿਹੜੀ ਤਿਆਰੀ ਹੈ ਕਰਨੀ ਪਏਗੀ। ਸੋ ਇਹ ਜਿਹੜੀਆਂ ਗਾਈਡਲਾਈਨਸ ਨੇ ਇਹ ਤੁਸੀਂ ਮਿਨਿਸਟਰੀ ਆਫ ਫੈਮਿਲੀ ਹੈਲਥ ਐਂਡ ਵੈਲਫੇਅਰ ਸਾਡੇ ਪੇਜ ਤੇ ਅਸੀਂ ਲਿੰਕ ਵੀ ਦਿੱਤਾ ਹੈ, ਇਹ ਲਿੰਕ ਹੈ ਅਸੀਂ ਪੋਸਟ ਤੇ ਤੁਸੀਂ ਇਹ ਜਿਹੜੀਆਂ ਗਾਈਡਲਾਈਨਸ ਨੇ ਪੂਰੀਆਂ ਜਿਹੜੀਆਂ ਗਾਈਡਲਾਈਨਸ ਨੇ ਚੰਗੀ ਤਰ੍ਹਾਂ
ਡੀਟੇਲ ਨਾਲ ਉਹ ਤੁਸੀਂ ਇੱਥੇ ਪੜ੍ਹ ਸਕਦੇ ਹੋ। ਪਰ ਫਿਰ ਜੇ ਤੁਸੀਂ ਪਲਾਨ ਕਰ ਰਹੇ ਹੋ ਟਰੈਵਲ ਇੰਡੀਆ ਨੂੰ, ਤੇ ਜੇਕਰ ਤੁਸੀਂ ਇਹ ਪਲਾਨ ਕਰ ਰਹੇ ਹੋ ਟਰੈਵਲ ਇੰਡੀਆ ਨੂੰ, ਤੇ ਜ਼ਰੂਰ ਇਹਨਾਂ ਚੀਜ਼ਾਂ ਨੂੰ ਪੜ੍ਹੋ। ਤੁਸੀਂ ਹਾਲੇ ਵੀ ਨੈਗੇਟਿਵ ਕੋਵਿਡ ਰਿਪੋਰਟ ਜਿਹੜੀ ਹੈ ਉਹ ਅਪਲੋਡ ਕਰਨੀ ਹੈ ਵਿਦਿਨ 72 ਆਵਰਸ, ਤੇ ਨਾਲ ਅੰਡਰਟੇਕਿੰਗ ਦੇ ਕੇ ਤੇ ਆਪਣਾ ਪਹਿਲਾਂ ਰਿਪੋਰਟ ਡਿਊਰਿੰਗ ਟਰੈਵਲ। ਸੋ ਜੋ ਚੀਜ਼ਾਂ ਨੇ ਇੱਥੇ ਉਹ ਔਨ ਅਰਾਈਵਲ ਸਾਰਾ ਉਹਨਾਂ ਨੇ ਡੀਟੇਲ ਵਿੱਚ ਵੀ ਦਿੱਤਾ ਹੈ। ਜਿਹੜਾ ਤੁਹਾਡਾ ਕਾਸਟ ਆਫ ਟੈਸਟਿੰਗ ਹੈ ਉਹ ਵੀ ਜਿਹੜੀ ਹੈ ਉਹ ਵੀ ਜਿਹੜੇ ਟਰੈਵਲਰ ਨੇ ਉਹਨਾਂ ਨੂੰ ਦੇਣੀ ਪਏਗੀ। ਸੋ ਜੇਕਰ ਤੁਸੀਂ ਟਰੈਵਲ ਕਰ ਰਹੇ ਜੇ ਤੁਹਾਨੂੰ ਉਹਦੀ ਕਾਸਟ ਵੀ ਦੇਣੀ ਪਏਗੀ। ਤੇ ਜੋ ਇੰਟਰਨੈਸ਼ਨਲ ਅਰਾਈਵਲ ਜਿਹੜੇ ਹੋ ਰਹੇ ਨੇ ਸਾਰੇ, ਜੇਕਰ ਤੁਸੀਂ ਟ੍ਰਾਂਜ਼ਿਟ ਵੀ ਕਰ ਰਹੇ ਹੋ, ਜੇਕਰ ਤੁਸੀਂ ਟ੍ਰਾਂਜ਼ਿਟ ਵੀ ਕਰ ਰਹੇ ਹੋ, ਫਿਰ ਵੀ ਜਿਹੜਾ ਹੈ ਤੁਹਾਡਾ ਜਿਹੜਾ ਟੈਸਟਿੰਗ ਹੈ ਉਹ ਫਿਰ ਉੱਥੇ ਹੋਏਗੀ 에ਅਰਪੋਰਟ ਤੇ। ਸੋ ਤੁਸੀਂ ਜੇਕਰ ਡਾਇਰੈਕਟ ਫਲਾਈਟਸ ਤੇ ਆ ਰਹੇ ਹੋ ਅਮਰੀਕਾ ਤੋਂ, ਤੇ ਜ਼ਰੂਰ ਉਸ ਬਾਰੇ ਧਿਆਨ ਰੱਖਿਓ। ਪਰ ਇਹ ਜਿਹੜੀਆਂ ਪੋਰਟਲ ਨੇ ਜ਼ਰੂਰ ਆਪਣਾ newdelhiairport.in ਤੇ ਇਹ ਫਾਰਮ ਜ਼ਰੂਰ ਭਰੋ। ਕਾਫੀ ਲੋਕ 에ਅਰਪੋਰਟ ਤੇ ਚਲੇ ਜਾਂਦੇ ਨੇ, ਉਹਨਾਂ ਕੋਲ ਕੋਵਿਡ ਦੀ ਨੈਗੇਟਿਵ ਰਿਪੋਰਟ ਹੁੰਦੀ ਹੈ, ਪਰ ਉਹਨਾਂ ਕੋਲ ਇਹ ਰਿਪੋਰਟ ਨਹੀਂ ਹੁੰਦਾ ਕਿ ਉਹਨਾਂ ਨੇ ਜਿਹੜਾ ਫਾਰਮ ਹੈ ਉਹ ਨਹੀਂ ਸਬਮਿਟ ਕੀਤਾ ਹੁੰਦਾ। ਇੱਕ ਨੰਬਰ ਜਨਰੇਟ ਹੁੰਦਾ ਹੈ, ਉਹ ਤੁਸੀਂ ਪੇਪਰ ਜਿਹੜਾ ਹੈ ਪ੍ਰਿੰਟ ਕਰਕੇ ਜਿਹੜਾ ਹੈ 에ਅਰਪੋਰਟ ਤੇ ਲੈ ਕੇ ਜਾਣਾ ਹੁੰਦਾ ਹੈ। ਸੋ ਕਾਫੀ ਲੋਕਾਂ ਕੋਲ ਜਿਹੜਾ ਹੈ ਉਹ ਪੇਪਰ ਨਹੀਂ ਹੁੰਦਾ, ਪਰ ਤੁਸੀਂ ਜ਼ਰੂਰ ਇਹ ਗਾਈਡਲਾਈਨਸ ਜਿਹੜੀਆਂ ਨੇ ਇਹ ਪੜ੍ਹ ਸਕਦੇ ਹੋ। ਸਾਡਾ ਜਿਹੜਾ ਪੇਜ ਹੈ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਗਰੁੱਪ ਪੇਜ ਹੈ, ਅੰਮ੍ਰਿਤਸਰ 에ਅਰਪੋਰਟ ਕਨੈਕਟਿੰਗ ਦ ਵਰਲਡ। ਮੈਂ ਕੋਈ 에ਅਰਪੋਰਟ ਦਾ, 에ਅਰਲਾਈਨ ਦਾ ਜਾਂ ਸਾਡੀ ਕੋਈ ਟਰੈਵਲ ਏਜੰਸੀ ਨਹੀਂ, ਤੇ ਜਿੰਨੇ ਵੀ ਸਾਡੇ ਹੋਰ ਵਲੰਟੀਅਰ ਨੇ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ, ਪੰਜਾਬ ਨਾਲ ਸਾਡਾ ਸਾਰੇ ਦਾ ਮੋਹ ਹੈ। ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਸਿੱਧਾ ਪੰਜਾਬ ਵੱਲ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਉੱਥੇ ਪਹੁੰਚਣ। ਤੇ ਇਸੇ ਲਈ ਅਸੀਂ ਜਿਹੜਾ ਹੈ ਇਹ ਐਜ਼ ਅ ਵਲੰਟੀਅਰ ਸੇਵਾ ਜਿਹੜੀ ਹੈ ਅਸੀਂ ਕਰ ਰਹੇ ਹਾਂ। ਤੇ ਜ਼ਰੂਰ ਸਾਨੂੰ ਉਮੀਦ ਹੈ ਕਿ ਜੇਕਰ ਜਿੰਨੇ ਵੱਧ ਤੋਂ ਵੱਧ ਅਸੀਂ ਇਕੱਠੇ ਹੋਈਏ, ਤੇ ਤਾਂ ਜੋ ਅਸੀਂ ਹੋਰ ਵੀ ਜਿਹੜਾ ਹੈ ਅੰਮ੍ਰਿਤਸਰ ਤੋਂ ਫਲਾਈਟਸ ਜਿਹੜੀਆਂ ਨੇ, ਜਦੋਂ ਕੋਵਿਡ ਖਤਮ ਵੀ ਹੁੰਦਾ ਹੈ, ਤੇ ਅਸੀਂ ਜਿਹੜੀਆਂ ਫਲਾਈਟਸ ਲਈ 에ਅਰਲਾਈਨਸ ਤੱਕ ਪਹੁੰਚ ਕਰ ਸਕੀਏ। ਜ਼ਰੂਰ ਇਸ ਵੀਡੀਓ ਨੂੰ ਚੰਗਾ ਲੱਗੇ ਤਾਂ ਜ਼ਰੂਰ ਸ਼ੇਅਰ ਕਰਿਓ, ਕਿਉਂਕਿ ਇਨਫੋਰਮੇਸ਼ਨ ਜਿਹੜੀ ਹੈ 3 ਨਵੰਬਰ ਦੀ ਲਾਸਟ ਜਿਹੜੀ ਇਨਫੋਰਮੇਸ਼ਨ ਆਈ ਸੀ, ਤੇ ਇਸ ਤੋਂ ਬਾਅਦ ਜਿਹੜੀ ਹੈ ਇਨਫੋਰਮੇਸ਼ਨ ਜੋ ਵੀ ਹੋਏਗੀ ਅਸੀਂ ਜ਼ਰੂਰ ਸ਼ੇਅਰ ਕਰਾਂਗੇ। ਸਿਚੁਏਸ਼ਨ ਜਿਹੜੀ ਹੈ ਬਹੁਤ ਹੀ ਰੈਪਿਡਲੀ ਚੇਂਜ ਹੁੰਦੀ ਹੈ, ਪਰ ਜ਼ਰੂਰ ਤੁਹਾਡਾ ਇਸ ਦਾ ਵੀਡੀਓ ਤੇ ਚੰਗੀ ਲੱਗੇ ਤਾਂ ਜ਼ਰੂਰ ਸ਼ੇਅਰ ਕਰਨਾ। ਬਹੁਤ ਬਹੁਤ ਧੰਨਵਾਦ। ਬਿਊਰੋ ਰਿਪੋਰਟ, ਸਿੱਖ ਚੈਨਲ।